ਇੰਨੀ ਗੱਲ ਤਾਂ ਕਿਸੇ ਵੀ ਬੰਦੇ ਨੇ ਸਮਝਾ ਦੇਣੀ ਸੀ ਵੀ ਬਾਣੀ ਦੇ ਵਿੱਚ ਹੀ ਲਿਖਿਆ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਜੇ ਹੁਣ ਮੰਨ ਲਓ ਦਰਬਾਰ ਸਾਹਿਬ ਆਈ ਆ ਤਾਂ ਕਿਸੇ ਨੇ ਕੋਈ ਬੁਰਾ ਭਲਾ ਨਹੀਂ ਕਿਹਾ ਵੀ ਚਲੋ ਠੀਕ ਹੈ ਇੱਥੇ ਕੋਈ ਵੀ ਆ ਸਕਦਾ। ਜੇ ਹੁੰਦੀ ਇਦਾਂ ਦੀ ਗੱਲ ਰੰਜਿਸ਼ ਵਾਲੀ ਤਾਂ ਸ਼ਾਇਦ ਹੋ ਸਕਦਾ ਵੀ ਸਿੱਖ ਉੱਥੇ ਵਿਰੋਧ ਕਰਦੇ ਵੀ ਤੂੰ ਆਹ ਸਾਰਾ ਕੁਝ ਪੰਜਾਬ ਦੇ ਜਾਂ ਪੰਜਾਬ ਦੇ ਲੋਕਾਂ ਦੇ ਵਿਰੋਧ 'ਚ ਕਰਦੀ ਆ ਤਾਂ ਹੁਣ ਇੱਥੇ ਕੀ ਲੈਣਾ ਹੀ, ਪਰ ਨਹੀਂ ਕਿਸੇ ਨੇ ਕੀਤਾ। ਤਾਂ ਇੱਥੋਂ ਜਾ ਕੇ ਫਿਰ ਉਹੀ ਜਿਹੜੀ ਆ ਉਹ ਕੜੀ ਉਹਨੇ ਘੋਲੀ। ਤਾਂ ਸੋਚਣਾ ਬਣਦਾ ਵੀ ਇਹਨਾਂ ਲੋਕਾਂ ਦਾ ਦਿਮਾਗ ਨਹੀਂ ਹੈਗਾ। ਕੋਈ ਈਸਾਈਆਂ ਨੂੰ ਕਹਿੰਦਾ ਵੀ ਇਹ ਸਾਡੇ ਚੋਂ ਨਿਕਲਿਆ, ਕੋਈ ਮੁਸਲਮਾਨਾਂ ਨੂੰ ਕਹਿੰਦਾ ਵੀ ਇਹ ਸਾਡੇ ਚੋਂ ਨਿਕਲਿਆ, ਸਿੱਖਾਂ ਨੂੰ ਕਿਉਂ ਕਿਹਾ ਜਾਂਦਾ? ਉਹਦੇ 'ਚ ਸਾਡੇ ਕਈ ਜਿਹੜੇ ਮਸ਼ਹੂਰ ਲੋਕ ਆ, ਜੇ ਤਖਤਾਂ 'ਤੇ ਬੈਠੇ ਲੋਕ ਆ, ਉਹਨਾਂ ਨੇ ਵੀ ਇਹਦੇ ਵਿੱਚ ਹਾਂ 'ਚ ਹਾਂ ਮਿਲਾ ਕੇ ਤਾਂ ਮੂੰਹ ਕਾਲਖ ਖੱਟੀ। ਉਹਦਾ ਇੱਕ ਪ੍ਰੋਸੀਜਰ ਆ, ਉਹ ਪ੍ਰੋਸੀਜਰ ਅਪਣਾ ਕੇ ਘਿਓ ਕੱਢ ਲਿਆ ਗਿਆ। ਹੁਣ ਘਿਓ ਨੂੰ ਜੇ ਕੋਈ ਦੁੱਧ ਜਾਂ ਲੱਸੀ ਆਖੀ ਜਾਂਦਾ ਤਾਂ ਬਦਦਿਮਾਗੀ ਕਿਹਾ ਜਾ ਸਕਦਾ ਨਾ। ਘਿਓ ਨੂੰ ਲੱਸੀ ਕੌਣ ਕਹਿੰਦਾ? ਜਦੋਂ ਸਿੱਖ ਦਾ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਹੀ ਨਹੀਂਗਾ, ਸਿੱਖ ਇਹਨਾਂ ਚੀਜ਼ਾਂ ਤੋਂ ਵੱਖਰਾ ਚੱਲਦਾ, ਉਹਦਾ ਅਕੀਦਾ ਵੱਖਰਾ ਆ, ਉਹਦੀ ਮਾਨਤਾ, ਉਹਦੀ ਮਰਜ਼ਾਦਾ, ਉਹਦਾ ਰਹਿਣ ਸਹਿਣ ਵੱਖਰਾ ਆ, ਉਹਦੀ ਦਿੱਖ ਵੱਖਰੀ ਆ, ਤਾਂ ਤੁਸੀਂ ਉਹਨੂੰ ਹਿੰਦੂ ਕਿੱਦਾਂ ਮੰਨ ਲਓਗੇ? ਸਿੱਖ ਕੌਮ ਦੇ ਨਿਆਰੇ ਵਿਰਸੇ ਨੂੰ ਕਲੰਕਿਤ ਕਰਨ ਦੇ ਲਈ ਆਏ ਦਿਨ ਨਵੇਂ-ਨਵੇਂ ਮੁੱਦੇ ਛੇੜੇ ਜਾਂਦੇ ਨੇ। ਸਿੱਖੀ ਵਿਰਸੇ ਨੂੰ ਤਬਾਹ ਕਰਨ ਦੀਆਂ ਚਾਲਾਂ ਪਹਿਲੇ ਦਿਨ ਤੋਂ ਹੀ ਚੱਲੀਆਂ ਜਾ ਰਹੀਆਂ ਨੇ। ਜੇ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੀ ਗੱਲ ਕਰਦੇ ਹਾਂ ਤਾਂ ਉਦੋਂ ਵੀ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੇ ਨਾਲ ਜਿੱਥੇ ਸਹਿਮਤ ਹੁੰਦੇ ਨੇ, ਉੱਥੇ ਨੁਗਰਿਆਂ ਦਾ ਵੀ ਕੋਈ ਘਾਟਾ ਨਹੀਂ। ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕੁਰਾਈਆ ਤੱਕ ਆਖਦੇ ਨੇ, ਭੂਤਨਾ ਵਿਤਾਲਾ ਤੱਕ ਆਖ ਦਿੰਦੇ ਨੇ। ਜਦੋਂ ਆਪਾਂ ਨਿਆਰੀ ਸਿੱਖੀ ਦੀ ਗੱਲ ਕਰਦੇ ਹਾਂ, ਵੱਖਰੇ ਸਿਧਾਂਤ ਦੀ ਗੱਲ ਕਰਦੇ ਹਾਂ, ਤੇ ਆਪਾਂ ਇਹ ਗੱਲ ਕਰਦੇ ਹਾਂ ਵੀ ਸਿੱਖ ਇੱਕ ਵੱਖਰੀ ਕੌਮ ਹੈ, ਤੇ ਆਏ ਦਿਨ ਸੁਭਾਵਿਕ ਹੀ ਕਈਆਂ ਨੂੰ ਮਿਰਚਾਂ ਲੱਗ ਜਾਂਦੀਆਂ ਨੇ। ਇਹ ਉਹਨਾਂ ਨੂੰ ਲੱਗਦੀਆਂ ਨੇ ਜਿਹੜੇ ਨਿਰਮਲ ਵਿਚਾਰਧਾਰਾ ਦੇ ਨਾਲ ਸਹਿਮਤ ਨਹੀਂ ਹੋਏ। ਕੰਗਣਾ ਰਣੌਤ ਜੀ, ਜੇ ਆਪਾਂ ਗੱਲ ਕਰਦੇ ਹਾਂ, ਦਰਬਾਰ ਸਾਹਿਬ ਨਮਸਕਾਰ ਕਰਨ ਦੇ ਲਈ ਆਈ ਹੈ ਤੇ ਸਿੱਖਾਂ ਨੇ ਜੀ ਆਇਆਂ ਵੀ ਆਖਿਆ ਹੈ, ਕੋਈ ਵੀ ਆ ਸਕਦਾ ਹੈ। ਪਰ ਇੱਥੋਂ ਜਾਣ ਤੋਂ ਬਾਅਦ ਦੇ ਵਿੱਚ ਟਵੀਟ ਕਰਕੇ ਇਹ ਗੱਲ ਕਹਿਣੀ ਵੀ 10 ਗੁਰੂ ਸਾਹਿਬਾਨ ਵੀ ਹਿੰਦੂ ਸਨ, ਮੇਰੇ ਦਾਦਾ ਜੀ ਨੇ ਇਹ ਗੱਲ ਮੈਨੂੰ ਦੱਸੀ ਸੀਗੀ। ਇਹਨਾਂ ਦੀਆਂ ਗੱਲਾਂ ਕਰਨੀਆਂ, ਇਹ ਚੀਜ਼ਾਂ ਨੇ ਜਿਹੜੀਆਂ ਇਹ ਵੰਡੀਆਂ ਪਾਉਂਦੀਆਂ ਨੇ ਧਰਮ ਦੇ ਵਿੱਚ। ਸਾਡਾ ਹਿੰਦੂ ਵੀਰਾਂ ਦੇ ਨਾਲ ਦਿਲ ਤੋਂ ਪਿਆਰ ਹੈ, ਸਤਿਕਾਰ ਵੀ ਹੈ, ਪਰ ਇਹਦੇ ਨਾਲ ਨਾਲ ਚੜਾਉਣਾ ਸਿੱਖ ਕੌਮ ਨੂੰ ਇੱਦਾਂ ਦੀਆਂ ਗੱਲਾਂ ਆਖ ਕੇ, ਇਕੱਲੀ ਅੱਜ ਕੰਗਣਾ ਦੀ ਗੱਲ ਨਹੀਂ, ਹੋਰ ਵੀ ਬਹੁਤ ਸਾਰਿਆਂ ਦੇ ਵੱਲੋਂ ਮੈਟਰ ਲਿਖ ਕੇ ਪਾਇਆ ਜਾਂਦਾ ਹੈ, ਫੇਸਬੁੱਕ ਦੇ ਉੱਪਰ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਾਂਦਾ ਹੈ ਵੀ ਸਿੱਖ ਨੇ ਜਿਹੜੇ ਉਹ ਇੱਕ ਹਿੰਦੂਆਂ ਦਾ ਹਿੱਸਾ ਨੇ ਜਾਂ ਹਿੰਦੂਆਂ ਦੇ ਵਿੱਚੋਂ ਨਿਕਲੇ ਨੇ। ਸਾਡੇ ਨਾਲ ਸਿੱਖ ਵਿਦਵਾਨ ਨੇ ਸੁਖਵਿੰਦਰ ਸਿੰਘ ਜੀ ਦਦੇਹਰ। ਇਸੇ ਮੈਟਰ ਤੇ ਆਪਾਂ ਨੇ ਗੱਲਬਾਤ ਕਰਨੀ ਹੈ ਕਿਉਂਕਿ ਆਏ ਦਿਨ ਇਹ ਚੀਜ਼ਾਂ ਸਾਹਮਣੇ ਆਉਂਦੀਆਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਇਹ ਜਿਹੜੀਆਂ ਚੀਜ਼ਾਂ ਆਉਂਦੀਆਂ ਇੱਦਾਂ ਦੀਆਂ, ਵਾਰ-ਵਾਰ ਸਿੱਖਾਂ ਨੂੰ ਆਖਿਆ ਜਾ ਰਿਹਾ ਵੀ ਸਿੱਖ ਇੱਕ ਹਿੰਦੂਆਂ ਦਾ ਹਿੱਸਾ ਨੇ, ਇਹ ਕਿਸੇ ਸਾਜ਼ਿਸ਼ ਦੇ ਅਧੀਨ ਨਹੀਂ ਹੋ ਰਿਹਾ ਹੈ ਸਾਰਾ ਕੁਝ? ਪੂਰੀ ਗਿਣੀ ਮਿਥੀ ਇੱਕ ਸਾਜ਼ਿਸ਼ ਆ, ਪੂਰਾ ਇੱਕ ਪਲਾਨ ਆ। ਕੁਛ ਬੰਦੇ ਜਿਹੜੇ ਆ ਉਹ ਕੰਮ ਕਰ ਰਹੇ ਨੇ, ਬੜਾ ਸੀਰੀਅਸ ਕਰ ਰਹੇ ਨੇ। ਕੁਛ ਬੰਦੇ ਜਿਹੜੇ ਇੱਦਾਂ ਦੇ ਰੱਖੇ ਹੋਏ ਆ ਉਹ ਸਿਰਫ ਰੌਲੇ ਰੱਪੇ ਲਈ ਰੱਖੇ ਹੋਏ ਆ ਤਾਂ ਕਿ ਹਰੇਕ ਪਾਸੇ ਤੋਂ ਜਿਹੜਾ ਆ ਉਹ ਚੰਗੀ ਤਰ੍ਹਾਂ ਇਸ ਸਾਰੇ ਮਸਲੇ ਨੂੰ ਮਲੀਆ ਮੇਟ ਕੀਤਾ ਜਾ ਸਕੇ। ਜਿਹੜੇ ਅੰਦਰੂਨੀ ਤੌਰ 'ਤੇ ਤੁਸੀਂ ਦੇਖੋ, ਇਹ ਇਕੱਲਾ ਜਿਹੜੀ ਇਹ ਕੰਗਣਾ ਰਣੌਤ ਹੈ ਇਹਦਾ ਹੀ ਮਸਲਾ ਨਹੀਂ ਆ। ਰਾਜਨੀਤੀ 'ਚ ਵੀ ਇਹੀ ਹਾਲ ਆ, ਧਰਮ 'ਚ ਵੀ ਉਹਨਾਂ ਨੇ ਇਹੀ ਹਾਲ ਕਰ ਦਿੱਤਾ, ਧਾਰਮਿਕ ਸੰਸਥਾਵਾਂ 'ਚ ਆ ਵੜੇ, ਔਰ ਸਮਾਜ ਵਿੱਚ ਵੀ ਇੱਦਾਂ ਦੀ ਉਥਲ ਪੁਥਲ ਆ। ਔਰ ਜਿੱਥੇ ਉਹ ਕੰਮ ਆਪਣਾ ਜਿਹੜਾ ਅੰਦਰੂਨੀ ਜਿਹੜੀਆਂ ਤਾਰਾਂ ਜੋੜ ਕੇ ਕਰ ਰਹੇ ਆ, ਉੱਥੇ ਇਹੋ ਜਿਹੇ ਕੁਛ ਸਿਰ ਫਿਰੇ ਵੀ ਹੈਗੇ ਆ ਜਿਹੜੇ ਉਹਨਾਂ ਨੇ ਰੱਖੇ ਹੋਏ ਆ ਵੀ ਮਤਲਬ ਤੁਸੀਂ ਬਾਹਰੋਂ ਰੌਲਾ ਪਾਈ ਜਾਣਾ ਤਾਂ ਕਿ ਬਹੁਤਿਆਂ ਦਾ ਧਿਆਨ ਇਹੋ ਜਿਹੇ ਰੌਲੇ ਰੱਪੇ ਵੱਲ ਲੱਗਾ ਰਹੇ। ਜਿਹੜਾ ਅੰਦਰੂਨੀ ਤੌਰ 'ਤੇ ਜਿਹੜੀਆਂ ਕੰਧਾਂ ਡੇਗੀਆਂ ਜਾ ਰਹੀਆਂ ਵੀ ਉਹਨਾਂ ਵੱਲ ਬਹੁਤਾ ਧਿਆਨ ਇਹਨਾਂ ਦਾ ਜਾਵੇ ਨਾ। ਜਿਵੇਂ ਹੁਣ ਸੋਸ਼ਲ ਮੀਡੀਆ ਦਾ ਜਿਹੜਾ ਯੁੱਗ ਹੈਗਾ, ਉਹ 'ਤੇ ਬਹੁਤ ਸਾਰੇ ਲੋਕ ਅਸੀਂ ਇੱਦਾਂ ਦੇਖੇ ਨੇ, ਉਹ ਸਾਰਾ ਦਿਨ ਕਮੈਂਟ ਸਿੱਖਾਂ ਦੇ ਨੈਗੇਟਿਵ ਦੇ ਵਿੱਚ ਹੀ ਉਹਨਾਂ ਨੇ ਕਰਨੇ ਨੇ। ਜੇ ਕੋਈ ਚੰਗੀ ਚੀਜ਼ ਵੀ ਹੈਗੀ ਆ ਤਾਂ ਉਹਦੇ ਥੱਲੇ ਵੀ ਇੱਦਾਂ ਦੀ ਕਮੈਂਟਬਾਜ਼ੀ ਕਰਨੀ ਹੈ। ਉਹ ਕੁਛ ਲੋਕਾਂ ਦਾ ਨਾ ਇੱਕ ਸੁਭਾਅ ਜਿਹਾ ਇੱਦਾਂ ਦਾ ਬਣ ਗਿਆ। ਉਹ ਕਿਸੇ ਵੀ ਤਰ੍ਹਾਂ ਦਾ, ਕਿਸੇ ਵੀ ਧਰਮ ਨਾਲ, ਕਿਸੇ ਸਮਾਜ ਨਾਲ ਵੀ ਹੋ ਸਕਦੇ ਆ ਵੀ ਉਹ ਹਰ ਇੱਕ ਗੱਲ ਨਿੱਕੀ ਨਿੱਕੀ ਦੇ ਉੱਤੇ ਫਿਰ ਬਹਿਸ ਕਰੀ ਜਾਣੀ ਆ, ਲਗਾਤਾਰ ਲੜੀ ਜਾਣਾ। ਇੱਕ ਮਾਹੌਲ ਜਿਹਾ ਇੱਦਾਂ ਦਾ ਉੱਥੇ ਕ੍ਰੀਏਟ ਕਰ ਦਿੱਤਾ ਗਿਆ। ਜਿਹੜੇ ਸਿਆਣੇ ਸੂਝਵਾਨ ਬੰਦੇ ਆ, ਜਿਹੜੇ ਸੇਧ ਦੇ ਸਕਦੇ ਆ ਜਾਂ ਮਸਲਿਆਂ ਨੂੰ ਸਮਝਦੇ ਆ, ਉਹ ਬਹੁਤਾ ਉੱਥੇ ਇਹਨਾਂ ਮਸਲਿਆਂ 'ਚ ਫਿਰ ਉਲਝਦੇ ਨਹੀਂ, ਕਿਉਂਕਿ ਇਹੋ ਜਿਹੇ ਸਿਰ ਫਿਰੇ ਉੱਥੇ ਬਹੁਤ ਛੱਡੇ ਹੋਏ ਆ।
ਪੇਡ ਵੀ ਹੋ ਸਕਦੇ ਨੇ ਜਿਨ੍ਹਾਂ ਨੂੰ ਤਨਖਾਹ ਮਿਲਦੀ ਹੈ। ਪੇਡ ਵੀ ਆ, ਜਿਵੇਂ ਕਿਸਾਨੀ ਅੰਦੋਲਨ ਚੱਲਿਆ ਉੱਥੇ ਆਪਾਂ ਸਾਰਾ ਕੁਝ ਦੇਖਦੇ ਰਹੇ ਹਾਂ ਕਿ ਜਿਵੇਂ ਬੀਜੇਪੀ ਦਾ ਜਾਂ ਸਰਕਾਰੀ ਤੌਰ ਤੇ ਜਿਹੜਾ ਹੋਣਾ, ਉਹਨੂੰ ਨੁਕਸਾਨ ਕਰਨਾ, ਉਹਨੂੰ ਲੋਕਾਂ 'ਚ ਦੁਬਿਧਾ ਪੈਦਾ ਕਰਨੀ, ਹੈ ਨਾ, ਤੋੜਨਾ, ਇਹ ਸਾਰਾ ਕੰਮ ਪੇਡ ਵੀ ਕਰਦੇ ਆ। ਕੁਛ ਸਿਰ ਫਿਰੇ ਜਿਨ੍ਹਾਂ ਨੂੰ ਸਮਝ ਹੈ ਨਹੀਂ, ਬਸ ਬੱਲੇ ਬੱਲੇ ਚੌਧਰ ਬਦਲੇ, ਇਦਾਂ ਵੀ ਲਾਲਾ ਲਾਲ ਕਰਨ ਵਾਲੇ ਬਥੇਰੇ ਨੇ। ਜਿਵੇਂ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਇੱਕ ਕਿਤਾਬ ਲਿਖ ਕੇ ਸਾਨੂੰ ਦਿੱਤੀ, ਸਿੱਖ ਕੌਮ ਦੀ ਝੋਲੀ ਦੇ ਵਿੱਚ ਪਾਈ, ਹਰ ਇੱਕ ਨੂੰ ਪੜ੍ਹਨੀ ਚਾਹੀਦੀ ਹੈ, ਹਮ ਹਿੰਦੂ ਨਹੀਂ। ਬਹੁਤ ਸਾਰੇ ਸਵਾਲਾਂ ਦੇ ਜਵਾਬ ਉਹਦੇ ਵਿੱਚੋਂ ਹੀ ਮਿਲ ਜਾਂਦੇ ਨੇ। ਉਹ ਵੱਖਰੀ ਗੱਲ ਹੈ, ਅਸੀਂ ਪੜ੍ਹਨ ਦਾ ਸ਼ੌਂਕ ਨਹੀਂ ਰੱਖਦੇ। ਤੇ ਉਦੋਂ ਵੀ ਇਹ ਮਸਲਾ ਹੋਏਗਾ ਨਾ ਵੀ ਲੋਕਾਂ ਨੂੰ ਕਿਹਾ ਜਾ ਰਿਹਾ ਹੋਊਗਾ ਵੀ ਸਿੱਖ ਹਿੰਦੂਆਂ ਚੋਂ ਨਿਕਲੇ ਨੇ। ਹਾਂ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮਾਪਤ ਹੋਣ ਤੋਂ ਬਾਅਦ ਜਦੋਂ 1849 ਦੇ ਵਿੱਚ ਅੰਗਰੇਜ਼ਾਂ ਦੇ ਅਧੀਨ ਸਾਰਾ ਕੁਝ ਹੋ ਗਿਆ, ਤਾਂ ਇੱਥੇ ਜਿਹੜੀ ਆ ਗੱਲਬਾਤ ਸਾਰੀ ਇੱਕਦਮ ਹੀ ਤੈਸ਼-ਨੈਸ਼ ਕਰ ਦਿੱਤੀ ਗਈ ਔਰ ਬੜੇ ਜ਼ੋਰ ਸ਼ੋਰ ਦੇ ਨਾਲ ਗੁਰਦੁਆਰਿਆਂ 'ਚੋਂ ਮਹੰਤਾਂ ਨੂੰ ਨਾਲ ਲਾ ਲਿਆ ਗਿਆ। ਬਾਕੀ ਆਲਾ ਦੁਆਲਾ ਸਾਰਾ ਇਹਨਾਂ ਨੇ ਕਵਰ ਕਰ ਲਿਆ ਔਰ ਮਤਲਬ ਸਿੱਖੀ ਇੱਕ ਵਾਰੀ ਜਿਹੜੀ ਆ ਵੀ ਬਿਲਕੁਲ ਹੀ ਜਿਹੜੀ ਆ ਜ਼ੀਰੋ ਲਾਈਨ 'ਤੇ ਇਹਨਾਂ ਨੇ ਲੈ ਆਂਦੀ। ਤਾਂ ਉਹ ਤਾਂ ਭਲਾ ਹੋਵੇ ਕਿ ਜਿਹੜੇ ਕੁਝ ਜਾਗਦੇ ਸਿਰ ਜਿਹੜੇ ਆ ਉਹ ਜੁੜ ਜਾਂਦੇ ਆ, ਤਾਂ ਉਹਨਾਂ ਨੇ ਮਤਲਬ ਮਿਹਨਤ ਕੀਤੀ, ਖਤਰਿਆਂ ਨੂੰ ਮੁੱਲ ਲੈ ਲਿਆ, ਤਾਂ ਉਹਨਾਂ ਨੇ ਲੋਕਾਂ ਨੂੰ ਉਸ ਸਾਰੇ ਮਸਲੇ 'ਚੋਂ ਖਲਜਲਣ 'ਚੋਂ ਕੱਢ ਕੇ ਤਾਂ ਇੱਕ ਫਿਰ ਉਸੇ ਰੂਪ 'ਚ ਖੜਿਆਂ ਕਰ ਲਿਆ, ਮੁੜ ਸੁਰਜੀਤ ਕਰ ਲਿਆ। ਸਿੰਘ ਸਭਾ ਲਹਿਰ ਦੀ ਗੱਲ ਕਰ ਰਿਹਾ, ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਕਰ ਰਿਹਾ। ਤਾਂ ਇਹ ਤਾਂ ਚੱਲਦਾ ਹੀ ਰਹਿੰਦਾ, ਸਮੇਂ-ਸਮੇਂ 'ਤੇ ਉਦੋਂ ਵੀ ਚੱਲ ਰਿਹਾ ਸੀ। ਕਾਨ੍ਹ ਸਿੰਘ ਨਾਭਾ ਜੀ ਨੇ ਜਵਾਬ ਦਿੱਤਾ ਹੈ ਨਾ, ਅੱਜ ਵੀ ਚੱਲ ਰਿਹਾ। ਜਿਹੜੇ ਲੋਕ ਸਿਆਣੇ ਨੇ, ਬਾਣੀ ਨੂੰ ਸਮਝਣ ਵਾਲੇ ਆ, ਸਮਾਜ ਦੀਆਂ ਹਾਲਤਾਂ ਨੂੰ ਸਮਝਣ ਵਾਲੇ ਆ, ਉਹ ਅੱਜ ਵੀ ਜਵਾਬ ਦੇ ਰਹੇ ਨੇ ਔਰ ਗੰਭੀਰ ਵੀ ਨੇ ਕਿ ਇਹ ਜਿਹੜੀਆਂ ਗੱਲਾਂ ਬਾਤਾਂ ਵਾਰ-ਵਾਰ ਉੱਠਦੀਆਂ। ਪਹਿਲੀ ਗੱਲ ਤਾਂ ਇੱਕ ਇਹ ਵੀ ਸੋਚਣ ਵਾਲੀ ਹੈ ਕਿ ਜੇ ਪਹਿਲਾਂ ਇਹਨੇ ਕਿਸਾਨੀ ਅੰਦੋਲਨ ਦੇ ਦੌਰਾਨ ਸਿੱਖ ਬੀਬੀਆਂ ਨੂੰ ਕੁਛ ਇੱਦਾਂ ਦੇ ਸ਼ਬਦ ਬੋਲੇ ਜਿਹਦੇ ਬਾਬਤ ਮੁੜ ਕੇ ਇਹਨੂੰ ਕਾਫੀ ਜਿਹੜਾ ਉਹ ਨਮੋਸ਼ੀ ਦਾ ਅਤੇ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ। ਸੋਸ਼ਲ ਮੀਡੀਆ 'ਤੇ ਵੀ ਮਸਲਾ ਉੱਠਿਆ। ਫਿਰ ਜੇ ਹੁਣ ਮੰਨ ਲਓ ਦਰਬਾਰ ਸਾਹਿਬ ਆਈ ਆ ਤਾਂ ਕਿਸੇ ਨੇ ਕੋਈ ਬੁਰਾ ਭਲਾ ਨਹੀਂ ਕਿਹਾ ਵੀ ਚਲੋ ਠੀਕ ਹੈ, ਇੱਥੇ ਕੋਈ ਵੀ ਆ ਸਕਦਾ। ਜੇ ਹੁੰਦੀ ਇੱਦਾਂ ਦੀ ਗੱਲ ਰੰਜਿਸ਼ ਵਾਲੀ ਤਾਂ ਸ਼ਾਇਦ ਹੋ ਸਕਦਾ ਵੀ ਸਿੱਖ ਉੱਥੇ ਵਿਰੋਧ ਕਰਦੇ ਵੀ ਤੂੰ ਆਹ ਸਾਰਾ ਕੁਛ ਪੰਜਾਬ ਦੇ ਜਾਂ ਪੰਜਾਬ ਦੇ ਲੋਕਾਂ ਦੇ ਵਿਰੋਧ 'ਚ ਕਰਦੀ ਆ, ਤਾਂ ਹੁਣ ਇੱਥੇ ਕੀ ਲੈਣਾ ਹੀ। ਪਰ ਨਹੀਂ, ਕਿਸੇ ਨੇ ਕੀਤਾ। ਇਹ ਚਾਹੀਦਾ ਵੀ ਨਹੀਂ ਸੀ, ਨਹੀਂ ਕਰਨਾ ਚਾਹੀਦਾ। ਸਾਡੇ ਲੋਕਾਂ ਨੇ ਫਰਾਖ ਦਿਲੀ ਦਿਖਾਈ ਔਰ ਗੁਰੂ ਦੇ ਪਾਏ ਪੂਰਨਿਆਂ 'ਤੇ ਮਤਲਬ ਪੂਰੀ ਤਰ੍ਹਾਂ ਇੱਕ ਵਾਰੀ ਖੜ ਕੇ ਦਿਖਾਤਾ ਵੀ ਕੋਈ ਗੱਲ ਨਹੀਂ, ਉਹ ਵਿਰੋਧ ਸਾਡਾ ਹੈਗਾ, ਲੇਕਿਨ ਇੱਥੇ ਅਸੀਂ ਇਹਨੂੰ ਨਹੀਂ ਕੁਝ ਵੀ ਕਹਿ ਸਕਦੇ। ਉਹ ਆਈ, ਮੱਥਾ ਟੇਕਿਆ, ਜੋ ਅਦਬ ਮਾਣ ਬਾਕੀ ਲੋਕਾਂ ਦਾ ਉੱਥੇ ਬਣਦਾ ਉਹ ਇਹਦਾ ਵੀ ਹੋਇਆ। ਤਾਂ ਇੱਥੋਂ ਜਾ ਕੇ ਫਿਰ ਉਹੀ ਜਿਹੜੀ ਆ ਉਹ ਕੜੀ ਉਹਨੇ ਘੋਲੀ। ਤਾਂ ਸੋਚਣਾ ਬਣਦਾ ਵੀ ਇਹਨਾਂ ਲੋਕਾਂ ਦਾ ਦਿਮਾਗ ਨਹੀਂ ਹੈਗਾ। ਠੀਕ ਹੈ, ਇਹ ਕਹੇ ਘੁਆਏ ਕਿਸੇ ਸਾਜ਼ਿਸ਼ ਦੇ ਅਧੀਨ ਜਾਂ ਇੱਕ ਵਗਦੇ ਵਹਿਣ ਦੇ ਵਿੱਚ ਵੜ ਕੇ ਤੁਰੇ ਫਿਰਦੇ ਆ, ਪਰ ਇਹ ਲੋਕ ਸੋਚਣ ਸਮਝਣ ਵਾਲੇ ਨਹੀਂ ਗੇ ਵੀ ਕੱਲ੍ਹ ਜਿੱਥੇ ਜਾ ਕੇ ਆਈਆਂ ਉਹ ਬਾਣੀ ਨੂੰ ਪੜ੍ਹ ਲਾਂ। ਜਿਹੜੀ ਬਾਣੀ ਨੂੰ ਨਮਸਕਾਰ ਕੀਤਾ ਆ, ਭਾਵੇਂ ਉਹ ਕਿਸੇ ਤੋਂ ਸਾਜ਼ਿਸ਼ ਅਧੀਨ ਕੀਤਾ ਆ, ਵੇਖਾ ਵੇਖੀ ਕੀਤਾ ਆ, ਫਰਜ਼ ਬਣਦਾ ਨਾ ਬੋਲਣ ਤੋਂ ਪਹਿਲਾਂ ਵੀ ਮੈਂ ਕੀ ਕਹਿਣ ਲੱਗੀ ਆ। ਨਮਸਕਾਰ ਕਰਨ ਤੋਂ ਪਹਿਲਾਂ ਹੀ ਫਰਜ਼ ਬਣਦਾ ਵੀ ਉਹ ਬਾਣੀ ਕਹਿੰਦੀ ਕੀ ਹੈ। ਤਾਂ ਜੇ ਉਹਦੇ 'ਚੋਂ ਸਾਰੀ ਲਗਾਤਾਰ ਇੰਨਾ ਟਾਈਮ ਨਹੀਂ ਕੱਢ ਸਕਦੀ ਤਾਂ ਮੋਟੀਆਂ ਗੱਲਾਂ ਕਿਸੇ ਕੋ ਬਹਿ ਕੇ ਦਰਬਾਰ ਸਾਹਿਬ ਆਈ, ਉੱਥੇ ਕਿਸੇ ਸਿਆਣੇ ਸੱਜਣ ਕੋ ਬਹਿ ਜਾਂਦੀ ਹੈ ਨਾ, ਉੱਥੇ ਇੰਨੇ ਗ੍ਰੰਥੀ ਵੀ ਆ, ਹੋਰ ਵੀ ਆ, ਕਿਸੇ ਕੋਲ ਬਹਿ ਜਾਂਦੀ ਤਾਂ ਇੰਨੀ ਗੱਲ ਤਾਂ ਕਿਸੇ ਵੀ ਬੰਦੇ ਨੇ ਸਮਝਾ ਦੇਣੀ ਸੀ ਵੀ ਬਾਣੀ ਦੇ ਵਿੱਚ ਹੀ ਲਿਖਿਆ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਜਿਨ੍ਹਾਂ ਦੀ ਬਾਣੀ ਆ ਉਹ ਆਪ ਖੁਦ ਇਹ ਗੱਲ ਕਹਿ ਰਿਹਾ, ਬਾਣੀ ਦੇ ਵਿੱਚ ਲਿਖਿਆ ਹੋਇਆ। ਤਾਂ ਪਰ ਇਹ ਲੋਕ ਜਿਹੜੇ ਆ ਉਹ ਸਿਰਫ ਇੱਕ ਜਿਹੜੀ ਆ ਉਹ ਸਮਾਜਿਕ ਸ਼ੌਹਰਤ ਖੱਟਣ ਦੀ ਖਾਤਰ ਇਦਾਂ ਦਾ ਕਰਦੇ ਰਹਿੰਦੇ ਆ। ਇੱਕ ਤਾਂ ਸਾਜ਼ਿਸ਼ ਅਧੀਨ ਚੱਲਦੇ ਆ, ਦੂਜਾ ਵਗਦੇ ਵਹਿਣ ਦੇ ਵਿੱਚ ਵੀ ਹੋ ਸਕਦਾ ਵੀ ਇਹੋ ਜਿਹੇ ਲੋਕ ਤੁਰੇ ਫਿਰਦੇ ਆ। ਤਾਂ ਇਹ ਲਾਲਾ ਦੇ ਵਿੱਚ ਕਿਉਂਕਿ ਹੋਰ ਤਾਂ ਇਹਨਾਂ ਦੇ ਪੱਲੇ ਕੱਖ ਹੈ ਨਹੀਂਗਾ, ਤਾਂ ਇਹੋ ਜਿਹੀਆਂ ਕੰਮਾਂ ਦੇ ਵਿੱਚ ਵੀ ਮੀਡੀਆ 'ਚ ਵੀ ਬਣੇ ਰਹਿੰਦੇ ਆ ਲੋਕ, ਕੈਮਰੇ ਲੈ ਕੇ ਮਗਰ ਵੀ ਤੁਰੇ ਫਿਰਦੇ ਆ। ਉਹਦਾ ਕਰਕੇ ਇਹੋ ਜਿਹੇ ਲੋਕ ਜਿਹੜਾ ਕੁਛ ਨਾ ਕੁਛ ਕਰਦੇ ਹੀ ਰਹਿੰਦੇ ਆ। ਤਾਂ ਇਹ ਬਦ ਦਿਮਾਗ ਬੰਦੇ ਨੇ, ਹੈ ਨਾ, ਫੇਲ ਦਿਮਾਗ ਵਾਲੇ, ਘੱਟ ਦਿਮਾਗ ਵਾਲੇ ਲੋਕ ਨੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸਮਾਜ ਵਿੱਚ ਰਹੀਦਾ ਕਿੱਦਾਂ, ਸਾਡੀਆਂ ਜ਼ਿੰਮੇਵਾਰੀਆਂ ਕੀ ਬਣਦੀਆਂ। ਇਹ ਜਿਵੇਂ ਅਕਸਰ ਇਹ ਗੱਲਾਂ ਆਉਂਦੀਆਂ ਨੇ ਜੀ ਵੀ ਸਿੱਖ ਹਿੰਦੂਆਂ 'ਚੋਂ ਨਿਕਲਿਆ। ਅੱਜ ਕੰਗਣਾ ਨੇ ਗੱਲ ਕੀਤੀ ਹੈ, ਬਹੁਤ ਸਾਰਾ ਲਿਟਰੇਚਰ ਵੀ ਮਿਲ ਜਾਂਦਾ ਸਾਨੂੰ ਜਿਹਦੇ ਵਿੱਚ ਉਹਨਾਂ ਵੱਲੋਂ ਲਿਖਿਆ, ਵਿਰੋਧੀਆਂ ਦੇ ਵੱਲੋਂ ਲਿਖਿਆ ਹੋਇਆ। ਤੇ ਜੇ ਦੋ ਟੁੱਕ ਇਹਨਾਂ ਨੂੰ ਜਵਾਬ ਦੇਣਾ ਹੋਵੇ ਵੀ ਅਸੀਂ ਹਿੰਦੂ ਨਹੀਂ ਹੈਗੇ, ਕੋਈ ਦਲੀਲਾਂ ਦੇਣੀਆਂ, ਹੁਣ ਗੁਰਬਾਣੀ ਦਾ ਜਿਵੇਂ ਤੁਸੀਂ ਪ੍ਰਮਾਣ ਦਿੱਤਾ ਹੈ ਨਾ, ਨਾਲ ਹੀ ਜਿਹੜਾ ਹੈਗਾ ਆਪਾਂ ਸਿੱਖ ਇਤਿਹਾਸ ਦੇ ਵਿੱਚੋਂ, ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਦੋ ਟੁੱਕ ਜੇ ਆਪਾਂ ਜਵਾਬ ਦੇਣਾ ਹੋਵੇ
ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਵੀ ਅਸੀਂ ਕਿਸੇ ਧਰਮ ਦੀ ਸਮਾਜ ਦੀ ਕੋਈ ਗੱਲ ਕਰਨੀ ਆ, ਉਹਦੀ ਡੈਫੀਨੇਸ਼ਨ ਪਰਿਭਾਸ਼ਾ ਨੂੰ ਸਾਨੂੰ ਦੇਖਣਾ ਪੈਂਦਾ। ਜਿਵੇਂ ਸਿੱਖ ਆ, ਸਿੱਖ ਦੀ ਪਰਿਭਾਸ਼ਾ ਸਿੱਖ ਰਹਿਤ ਮਰਿਆਦਾ ਦੇ ਆਰੰਭ 'ਚ ਵੀ ਦਿੱਤੀ, ਗੁਰੂ ਗ੍ਰੰਥ ਸਾਹਿਬ 'ਚ ਵੀ ਦਿੱਤੀ, ਹੈ ਨਾ। ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੋਵੇ, ਗੁਰੂ ਸਾਹਿਬ ਦੇ ਪ੍ਰਤੀ ਉਹਦਾ ਵਿਸ਼ਵਾਸ ਸ਼ਰਧਾ ਹੋਵੇ, ਹੈ ਨਾ, ਉਹਨੇ ਅੰਮ੍ਰਿਤ ਛਕਿਆ ਹੋਵੇ, ਖੰਡੇ ਕੀ ਪੌਲ ਲਈ ਹੋਵੇ, ਸਾਬਤ ਸੂਰਤ ਹੋਵੇ, ਇਹ ਮੁੱਢਲੀਆਂ ਸ਼ਰਤਾਂ ਨੇ ਸਾਰੀਆਂ। ਤਾਂ ਜਿਹੜਾ ਬੰਦਾ ਮੰਨ ਲਓ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ, 10 ਗੁਰੂ ਸਾਹਿਬਾਨ ਨੂੰ ਉਹ ਉਸ ਨਜ਼ਰ ਨਾਲ ਨਹੀਂ ਦੇਖਦਾ ਜਿੱਦਾਂ ਦੇਖਣਾ ਚਾਹੀਦਾ, ਉਹਨੇ ਖੰਡੇ ਕੀ ਪੌਲ ਵੀ ਨਹੀਂ ਲਈ, ਉਹ ਸਾਬਤ ਸੂਰਤ ਵੀ ਨਹੀਂ ਆ, ਉਹ ਸਿੱਖ ਕਿੱਦਾਂ ਹੋਇਆ? ਉਹ ਤਾਂ ਇੱਕ ਧੱਕੇ ਨਾਲ ਮੜਿਆ ਜਾ ਰਿਹਾ ਵੀ ਹਾਂ ਇਹ ਸਿੱਖ ਹੈਗਾ, ਹੈ ਨਾ। ਉਹ ਉੱਥੇ ਉਹ ਠੀਕ ਆ, ਕਿਸੇ ਦਾ ਸ਼ਰਧਾ ਵਿਸ਼ਵਾਸ ਕਿਤੇ ਵੀ ਹੋ ਸਕਦਾ, ਉਹਨੂੰ ਕੋਈ ਮਨਾਹੀ ਨਹੀਂ ਆ। ਪਰ ਜਦੋਂ ਸਿੱਖੀ ਦੀ ਪਰਿਭਾਸ਼ਾ ਵੇਖੋਗੇ, ਸਿੱਖੀ ਦੀ ਪਰਿਭਾਸ਼ਾ ਦੇ ਵਿੱਚ ਪੂਰਾ ਤਿਆਰ ਬਰ ਤਿਆਰ ਸਿੱਖ ਨੂੰ ਸਿੱਖ ਪ੍ਰਵਾਨ ਕੀਤਾ ਗਿਆ। ਇਵੇਂ ਹੀ ਹਿੰਦੂ ਸਿਸਟਮ ਦੇ ਵਿੱਚ ਵੀ ਕੋਈ ਪਰਿਭਾਸ਼ਾ ਹੋਏਗੀ ਕਿ ਕਿਹਨੂੰ ਹਿੰਦੂ ਆਖਿਆ ਜਾਂਦਾ? ਜਿਹੜਾ ਬੰਦਾ ਨਾ ਵੇਦ ਪੜ੍ਹਦਾ ਨਾ ਮੰਨਦਾ, ਹੈ ਨਾ, ਨਾ ਉਹ ਸ਼ਾਸਤਰਾਂ ਦੀ ਫਿਲਾਸਫੀ ਨਾਲ ਸਹਿਮਤ ਆ, ਨਾ ਉਹ ਸਿਮਰਤੀਆਂ ਦੀ ਫਿਲਾਸਫੀ ਨਾਲ ਸਹਿਮਤ ਆ, ਨਾ ਉਹ ਕਿਸੇ ਅਵਤਾਰ ਨੂੰ ਮੰਨਦਾ, ਉਹਨੂੰ ਹਿੰਦੂ ਕਿੱਦਾਂ ਮੰਨ ਲਓਗੇ ਤੁਸੀਂ? ਜਦੋਂ ਸਿੱਖ ਦਾ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਹੀ ਨਹੀਂਗਾ, ਸਿੱਖ ਇਹਨਾਂ ਚੀਜ਼ਾਂ ਤੋਂ ਵੱਖਰਾ ਚੱਲਦਾ, ਉਹਦਾ ਅਕੀਦਾ ਵੱਖਰਾ ਆ, ਉਹਦੀ ਮਾਨਤਾ, ਉਹਦੀ ਮਰਜ਼ਾਦਾ, ਉਹਦਾ ਰਹਿਣ ਸਹਿਣ ਵੱਖਰਾ ਆ, ਉਹਦੀ ਦਿੱਖ ਵੱਖਰੀ ਆ, ਤਾਂ ਤੁਸੀਂ ਉਹਨੂੰ ਹਿੰਦੂ ਕਿੱਦਾਂ ਮੰਨ ਲਓਗੇ? ਜੇ ਤੁਸੀਂ ਇਦਾਂ ਹੀ ਮੰਨਣਾ ਆ, ਹੈ ਨਾ, ਤਾਂ ਬਹੁਤ ਸਾਰੇ ਲੋਕ ਆ ਜਿਹੜੇ ਹਿੰਦੂਆਂ 'ਚੋਂ ਮੁਸਲਮਾਨ ਵੀ ਬਣੇ ਹੋਣਗੇ। ਅੱਜ ਦੇ ਇਸ ਮਾਹੌਲ ਦੇ ਵਿੱਚ ਹਿੰਦੂਆਂ 'ਚੋਂ ਕੁਝ ਲੋਕ ਕਿਸੇ ਕਾਰਨ ਕਰਕੇ ਝਾਂਸੇ 'ਚ ਆ ਕੇ ਮਜਬੂਰੀ ਵਸ, ਕੁਛ ਲਾਲਚ ਵਸ ਈਸਾਈ ਵੀ ਬਣੇ ਹੋਣਗੇ, ਉਹ ਵੀ ਰੁਝਾਨ ਚੱਲਦਾ। ਨਾਲੇ ਮੁੱਢ ਹਿੰਦੂ ਥੋੜੀ ਹੈ, ਕੀ ਪਤਾ ਹਿੰਦੂਆਂ ਤੋਂ ਪਹਿਲਾਂ ਕੀ ਸੀ, ਉਸ ਤੋਂ ਪਹਿਲਾਂ ਹੋਰ ਕੀ ਸੀ। ਜਦੋਂ ਉਹੀ ਗੱਲ ਕਰ ਰਹੇ ਹਾਂ ਕਿ ਕੋਈ ਈਸਾਈਆਂ ਨੂੰ ਕਹਿੰਦਾ ਵੀ ਇਹ ਸਾਡੇ 'ਚੋਂ ਨਿਕਲਿਆ, ਕੋਈ ਮੁਸਲਮਾਨਾਂ ਨੂੰ ਕਹਿੰਦਾ ਵੀ ਇਹ ਸਾਡੇ 'ਚੋਂ ਨਿਕਲਿਆ, ਸਿੱਖਾਂ ਨੂੰ ਕਿਉਂ ਕਿਹਾ ਜਾਂਦਾ? ਕਿਉਂਕਿ ਇਹੀ ਇੱਕ ਵਿਚਾਰਧਾਰਾ ਆ ਜਿਹੜੀ ਲਗਾਤਾਰ ਕਰਮਕਾਂਡ, ਪਖੰਡ, ਅਵਤਾਰਵਾਦ, ਜਿੰਨਾ ਇੱਥੇ ਜ਼ਹਿਰ ਫੈਲਿਆ ਹੋਇਆ ਸੀ ਜਾਤ ਪਾਤ ਦਾ ਜਾਂ ਹੋਰ ਸਾਰਾ, ਉਹਦੇ ਖਿਲਾਫ ਪੂਰੀ ਤਰ੍ਹਾਂ ਡਟਵੀਂ ਆਵਾਜ਼ ਬੁਲੰਦ ਕਰਦੀ ਆ ਰਹੀ ਹੈ, ਟੱਕਰਦੀ ਆ ਰਹੀ ਹੈ। ਇਸੇ ਨੂੰ ਮਲੀਆ ਮੇਟ ਕਰਨ ਲਈ ਕਿ ਇਹੀ ਵਿਚਾਰਧਾਰਾ ਜਿਹੜੀ ਆ ਉਹ ਟੱਕਰ ਦੇ ਰਹੀ ਆ, ਇਹਨੂੰ ਇੱਥੇ ਇਸ ਧਰਤੀ ਦੇ ਉੱਤੇ ਜਿਹੜਾ ਵਾ ਨੇਸ ਤੋਂ ਨਬੂਦ ਕੀਤਾ ਜਾਏ, ਉਹਦੇ ਵਾਸਤੇ ਲਗਾਤਾਰ ਹੀ ਉਦੋਂ ਦਾ ਹੀ ਜ਼ੋਰ ਲੱਗ ਰਿਹਾ। ਕਿੰਨੇ ਗ੍ਰੰਥ ਲਿਖੇ ਗਏ, ਕਿੰਨੀਆਂ ਗੱਲਾਂ, ਹੈ ਨਾ, ਕਿੰਨਾ ਕੁਛ ਪਿੱਛੋਂ ਲੈ ਕੇ ਲਗਾਤਾਰ ਵਹਿੰਦੇ ਆਓ ਤੁਸੀਂ। ਗੁਰੂ ਸਾਹਿਬਾਨ ਨੂੰ ਹਿੰਦੂ ਸਾਬਤ ਕਰਨ ਲਈ, ਅਵਤਾਰਾਂ ਦੇ ਅੱਗੇ ਉਹਨਾਂ ਦੇ ਅਵਤਾਰ ਸਾਬਤ ਕਰਨ ਲਈ ਵੀ ਇਹ ਤਾਂ ਉਹਦੇ 'ਚ ਸਾਡੇ ਕਈ ਜਿਹੜੇ ਮਸ਼ਹੂਰ ਲੋਕ ਆ, ਜੇ ਤਖਤਾਂ 'ਤੇ ਬੈਠੇ ਲੋਕ ਆ, ਉਹਨਾਂ ਨੇ ਵੀ ਇਹਦੇ ਵਿੱਚ ਹਾਂ 'ਚ ਹਾਂ ਮਿਲਾ ਕੇ ਤਾਂ ਮੂੰਹ ਕਾਲਖ ਖੱਟੀ। ਤਾਂ ਜਦ ਕਿ ਜਿਹੜਾ ਸਿੱਖ ਫਲਸਫਾ ਆ ਉਹ ਸਭ ਤੋਂ ਮੇਨ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਦੋਂ ਵੇਖਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਹਨਾਂ ਗੱਲਾਂ ਨੂੰ ਨਹੀਂ ਮੰਨਦੀ। ਬੜੇ ਸੌਖੇ ਔਰ ਸਪਸ਼ਟ ਸ਼ਬਦ ਆ, ਹੈ ਨਾ, ਜੋ ਪਾਥਰ ਕੋ ਕਹਤੇ ਦੇਵਤਾ ਕੀ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ। ਹੁਣ ਜਿਹੜੀ ਵਿਚਾਰਧਾਰਾ ਪੱਥਰ ਜਾਂ ਮੂਰਤੀ ਦੇ ਮਤਲਬ ਅਕੋਰਡਿੰਗ ਚੱਲਦੀ ਆ, ਹੈ ਨਾ, ਦੂਜੀ ਵਿਚਾਰਧਾਰਾ ਉਸੇ ਸਾਰੇ ਸਿਲਸਿਲੇ ਦਾ ਵਿਰੋਧ ਕਰਦੀ ਆ। ਤੇ ਤੁਸੀਂ ਜਿਹੜੀ ਚੀਜ਼ ਵਿਰੋਧ ਕਰ ਰਹੀ ਆ ਪੂਰੀ ਤਰ੍ਹਾਂ ਡਟ ਕੇ ਵਿਰੋਧ 'ਚ ਖਲੋਤੀ ਆ, ਕਰੜੇ ਸ਼ਬਦਾਂ 'ਚ ਵਿਰੋਧ ਕਰਦੀ, ਨਿੰਦਿਆ ਕਰਦੀ ਆ, ਤੁਸੀਂ ਉਹਨੂੰ ਕਹਿੰਦੇ ਵੀ ਇਹ ਸਾਡੇ 'ਚੋਂ ਹੱਦ ਹੋ ਗਈ। ਵੀ ਤੁਸੀਂ ਦਿਨ ਤੇ ਰਾਤ ਨੂੰ ਇਕੱਠਾ ਕਿਵੇਂ ਕਰ ਲੋਗੇ? ਫਿਰ ਉਹ 'ਚ ਮੈਂ ਹੋਰ ਗੱਲਾਂ ਕਰਦਾ। ਇੱਕ ਛੋਟਾ ਬੱਚਾ ਪੈਦਾ ਹੁੰਦਾ, ਛੋਟੇ ਬੱਚੇ ਨੂੰ ਕੱਪੜੇ ਪਾਏ ਜਾਂਦੇ ਆ, ਸਹਿਜੇ ਸਹਿਜੇ ਉਹ ਵੱਡਾ ਹੁੰਦਾ ਜਾਂਦਾ, 10 12 15 ਸਾਲ ਦਾ, 30 ਸਾਲ ਦਾ ਜਵਾਨ, ਭਰ ਜਵਾਨ ਹੋ ਜਾਂਦਾ। ਉਹ ਜਿਹੜੇ ਛੋਟੇ ਕੱਪੜੇ ਉਹਨੂੰ ਕਹੋ ਵੀ ਇਹ ਤੈਨੂੰ ਛੋਟੇ ਹੁੰਦਿਆਂ ਪਾਇਆ ਸੀ, ਪਾ ਇਹਨੂੰ, ਵੱਡੇ ਹੋਏ ਤੂੰ ਵੀ ਪਾ, ਹੈ ਨਾ। 30 ਸਾਲ ਦੇ ਨੂੰ, 25 ਸਾਲ ਦੇ ਨੂੰ ਕਹੋ ਵੀ ਇਹ ਤੇਰੇ ਉਦੋਂ ਪਾਇਆ ਸੀ ਜਦੋਂ ਤੂੰ ਜੰਮਿਆ ਸੀ, ਪਾ ਇਹਨੂੰ। ਉਹ ਕਹੇਗਾ ਵੀ ਪਾਇਆ ਹੋਏਗਾ, ਲੇਕਿਨ ਹੁਣ ਮੈਂ 30 ਸਾਲ ਦਾ, 25 ਸਾਲ ਦਾ ਭਰ ਜਵਾਨ ਗੱਭਰੂ ਹੋ ਗਿਆ ਵਾਂ, ਹੁਣ ਇਹ ਮੇਰੇ ਨਹੀਂ ਲੱਤ ਬਾਂਹ ਝੜਦਾ, ਮੈਂ ਨਹੀਂ ਇਹਨੂੰ ਪਾ ਸਕਦਾ। ਮੰਨ ਲਓ ਜੇ ਕਿਸੇ ਨੂੰ ਵਿਚਾਰਧਾਰਾ ਸਿੱਖ ਧਰਮ ਦੀ ਪਸੰਦ ਆਈ, ਉਹਨੇ ਬਾਕੀ ਸਾਰਾ ਕੁਝ ਛੱਡ ਕੇ ਸਿੱਖ ਧਰਮ ਨੂੰ ਗ੍ਰਹਿਣ ਕਰ ਲਿਆ। ਅੱਜ ਤੁਸੀਂ ਉਸ ਸਿੱਖ ਬਣੇ ਹੋਏ ਪਰਿਵਾਰ ਨੂੰ ਜਾਂ ਕਿਸੇ ਮਨੁੱਖ ਨੂੰ ਜਾਂ ਕਿਸੇ ਸਮਾਜ ਨੂੰ ਇੱਦਾਂ ਕਹੋ ਕਿ ਇਹ ਤਾਂ ਸਾਡੇ 'ਚੋਂ ਹੀ ਨਿਕਲੇ ਆ, ਹੋਏਗਾ? ਜੰਮਦੇ ਜਵਾਕ ਦਾ ਝੱਗਾ ਉਹਨੂੰ ਪਾਇਆ ਸੀਗਾ, ਹੁਣ 30 ਸਾਲ ਦੇ ਨੂੰ ਫੇਰ ਤੁਸੀਂ ਪਾਉਣਾ ਚਾਹੁੰਦੇ ਹੋ, ਉਹਦੇ ਤਾਂ ਲੱਤ ਬਾਂਹ 'ਚ ਵੀ ਨਹੀਂ ਅੜਨਾ। ਉਹ ਘਿਓ ਦੁੱਧ 'ਚੋਂ ਹੀ ਨਿਕਲਦਾ, ਠੀਕ ਹੈ ਜੀ, ਉਹਦਾ ਇੱਕ ਪ੍ਰੋਸੀਜਰ ਆ, ਉਹ ਪ੍ਰੋਸੀਜਰ ਅਪਣਾ ਕੇ ਘਿਓ ਕੱਢ ਲਿਆ ਗਿਆ। ਹੁਣ ਘਿਓ ਨੂੰ ਜੇ ਕੋਈ ਦੁੱਧ ਜਾਂ ਲੱਸੀ ਆਖੀ ਜਾਂਦਾ ਤਾਂ ਬਦਦਿਮਾਗੀ ਕਿਹਾ ਜਾ ਸਕਦਾ ਨਾ। ਘਿਓ ਨੂੰ ਲੱਸੀ ਕੌਣ ਕਹਿੰਦਾ?
ਔਰ ਜੇ ਕੋਈ ਆਪਣੇ ਦਿਮਾਗ ਦਾ ਵਿਕਾਸ ਕਰਕੇ ਗੁਰੂ ਸਾਹਿਬ ਦੀ ਵਿਚਾਰਧਾਰਾ ਤੇ ਆ ਗਿਆ ਆ, ਉਹਨੇ ਕਰਮਕਾਂਡ ਸਾਰਾ ਛੱਡ ਕੇ ਉਹਨੇ ਗੁਰੂ ਸਾਹਿਬ ਦਾ ਫਲਸਫਾ ਅਪਣਾ ਲਿਆ, ਉਹਨੂੰ ਹਿੰਦੂ ਕਿਵੇਂ ਕਿਹਾ ਜਾ ਸਕਦਾ? ਉਹਨੂੰ ਮੁਸਲਮਾਨ ਕਿਵੇਂ ਕਿਹਾ ਜਾ ਸਕਦਾ? ਜਿਹਨੇ ਉਹ ਸਾਰੀਆਂ ਰਸਮਾਂ, ਉਹ ਰੀਤਾਂ, ਉਹ ਸਾਰੇ ਕੰਮਕਾਰ ਛੱਡ ਦਿੱਤੇ ਆ, ਉਹਦਾ ਉੱਥੇ ਵਿਸ਼ਵਾਸ ਹੀ ਨਹੀਂ ਆ, ਕਿਵੇਂ ਉਹਨੂੰ ਕਿਹਾ ਜਾ ਸਕਦਾ? ਤੇ ਜਿਵੇਂ ਵੀ ਜੀ ਆਏ ਦਿਨ ਇਹ ਗੱਲਾਂ ਹੁੰਦੀਆਂ ਨੇ, ਤੁਸੀਂ ਬੜਾ ਸੋਹਣਾ ਜਵਾਬ ਦਿੱਤਾ, ਦਲੀਲਾਂ ਦੇ ਕੇ ਉਹਨਾਂ ਨੂੰ ਕਿਹਾ ਹੈ ਨਾ, ਸਾਜ਼ਿਸ਼ ਦੇ ਅਧੀਨ ਵੀ ਜਿਹੜਾ ਹੈਗਾ ਇਹ ਸਾਰਾ ਕੁਝ ਕਰਦੇ ਨੇ ਹੈ ਨਾ। ਸਾਡੇ ਵੀਰਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ? ਕਿਉਂਕਿ ਸਾਡੇ ਵਿੱਚ ਬੜੀਆਂ ਕਮੀਆਂ ਨੇ, ਅਸੀਂ ਲੜੀ ਤੇ ਜਾਂਦੇ ਹਾਂ, ਦਲੀਲ ਦੇ ਨਾਲ ਥੱਲੇ ਜਵਾਬ ਨਹੀਂ ਦਿੰਦੇ। ਸਭ ਤੋਂ ਜਿਹੜਾ ਜ਼ਰੂਰੀ ਮਸਲਾ ਆ ਸਾਡੇ ਸਾਰਿਆਂ ਲਈ, ਜਿਹੜਾ ਇਸ ਵੇਲੇ ਮਹੱਤਵਪੂਰਨ ਆ, ਇਹੋ ਜਿਹੇ ਲੋਕ ਬਦਦਮਾਗ ਬਹੁਤ ਨੇ। ਇਹਨਾਂ ਨੂੰ ਜਵਾਬ ਦੇਤਾ, ਪਰ ਇਹਨਾਂ ਨਾਲ ਬਹੁਤਾ ਹੋਰ ਅੱਗੇ ਇੱਦਾਂ ਉਲਝਣ ਦੀ, ਵਾਰ-ਵਾਰ ਖਪਣ ਦੀ ਇਹਨਾਂ ਨੂੰ ਲੋੜ ਨਹੀਂ ਹੈਗੀ। ਜਵਾਬ ਇਹਨਾਂ ਨੂੰ ਦੇਣਾ ਚਾਹੀਦਾ, ਕਿਉਂਕਿ ਜੋ ਇਹ ਭਰਮ ਪੈਦਾ ਕਰਦੇ ਆ ਉਹਨੂੰ ਕੋਈ ਸੁਣੇ, ਉਹਦੇ ਬਰਾਬਰ ਦੇ ਉੱਤੇ ਕੋਈ ਜਵਾਬ ਹੋਣਾ ਚਾਹੀਦਾ, ਦੇਣੇ ਚਾਹੀਦੇ ਆ। ਪਰ ਇੱਕ ਢੰਗ ਤਰੀਕੇ ਨਾਲ ਦਈਏ, ਜਵਾਬ ਦੇਤਾ, ਬਹੁਤਾ ਇਹਨਾਂ ਨੂੰ ਮਹੱਤਵ ਹੋਰ ਦੇਣ ਦੀ ਲੋੜ ਨਹੀਂ ਹੁੰਦੀ। ਇਹੋ ਜਿਹੇ ਲੋਕਾਂ ਨੂੰ ਬਹੁਤਾ ਹੋਰ ਮਹੱਤਵ ਸਿਰ ਚੜਾਉਣ ਦੀ ਲੋੜ ਨਹੀਂ ਆ, ਕਿਉਂਕਿ ਇਹਨਾਂ ਦੇ ਪੱਲੇ ਹੈ ਨਹੀਂ ਕੱਖ ਵੀ। ਇਹ ਸਾਰਾ ਇਦਾਂ ਦਾ ਜਿਹੜਾ ਹੁੰਦਾ ਉਹ ਵਿਕਾਊ ਮਾਲ ਆ, ਅੱਜ ਇੱਧਰ ਆ ਕੱਲ੍ਹ ਉੱਧਰ ਹੋ ਸਕਦੇ ਆ, ਹੈ ਨਾ। ਤਾਂ ਜਿਹੜਾ ਜ਼ਰੂਰੀ ਮਸਲਾ ਬਣਦਾ ਉਹ ਇਹ ਬਣਦਾ ਕਿ ਸਾਨੂੰ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਲੈਣਾ ਚਾਹੀਦਾ। ਕਮ ਸੋ ਕਮ ਜੇ ਅਸੀਂ ਸਾਰਾ ਨਹੀਂ ਤੇ ਵਿਸ਼ੇਵਾਰ ਸਮਝ ਲਈਏ, ਵਿਸ਼ੇਵਾਰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜੋ ਹਿੰਦੂ ਧਰਮ ਦੇ ਅੰਦਰ ਮਾਨਤਾਵਾਂ ਆ ਉਹਨਾਂ ਦੀਆਂ ਆਪਣੀਆਂ, ਉਹਨਾਂ ਦੀਆਂ ਸਤਿਕਾਰਯੋਗ ਹੋ ਸਕਦੀਆਂ, ਪਰ ਅਸੀਂ ਸਿੱਖ ਧਰਮ 'ਚ ਆ। ਸਿੱਖ ਧਰਮ ਦੇ ਵਿੱਚ ਇਹਨਾਂ ਮਾਨਤਾਵਾਂ ਦੇ ਪ੍ਰਤੀ ਕੀ ਦਲੀਲ ਆ, ਕੀ ਵਿਚਾਰ ਆ, ਗੁਰੂ ਸਾਹਿਬ ਦੇ ਕੀ ਉਪਦੇਸ਼ ਆ, ਹੈ ਨਾ। ਸਾਡਾ ਸਿੱਖ ਧਰਮ ਕਿੱਦਾਂ ਦੀ ਦ੍ਰਿਸ਼ਟੀ ਰੱਖਦਾ, ਕਮ ਸੋ ਕਮ ਇਸ ਵਿਊ ਤੋਂ ਅਸੀਂ ਇੰਨਾ ਕੁ ਸਟੱਡੀ ਕਰੀਏ ਕਿ ਮੂਰਤੀ ਪੂਜਾ ਬਾਰੇ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਆ, ਜਿਹੜੇ ਅਵਤਾਰ ਹੋਏ ਆ ਉਹਨਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੀ ਕਹਿੰਦੀ ਆ, ਹੈ ਨਾ। ਤਾਂ ਜਿਹੜੇ ਹੋਰ ਸਿਮਰਤੀਆਂ ਦੇ ਨਾਂ 'ਤੇ, ਮਨੂ ਸਿਮਰਤੀ ਦੇ ਨਾਂ 'ਤੇ ਭੇਦਭਾਵ ਅਤੇ ਹੋਰ ਸਮਾਜ ਦੇ ਅੰਦਰ ਬਖੇੜੇ ਸੀਗੇ, ਉਹਨਾਂ ਦੇ ਪ੍ਰਤੀ ਗੁਰੂ ਗ੍ਰੰਥ ਸਾਹਿਬ ਕਮ ਸੋ ਕਮ ਇੰਨੀ ਕੁ ਸਟੱਡੀ ਤੇ ਕਰ ਲਈਏ ਨਾ ਵੀ ਗੁਰੂ ਗ੍ਰੰਥ ਸਾਹਿਬ ਇਹਨਾਂ ਮਸਲਿਆਂ 'ਤੇ ਕੀ ਕਹਿੰਦੇ ਆ। ਗੁਰੂ ਗ੍ਰੰਥ ਸਾਹਿਬ ਤੋਂ ਉੱਤੇ ਤਾਂ ਮੇਰੇ ਖਿਆਲ ਸਾਡੇ ਕੋਲ ਕੁਛ ਨਹੀਂ ਹੈ, ਅਤੇ ਗੁਰੂ ਗ੍ਰੰਥ ਸਾਹਿਬ ਤੋਂ ਅੱਗੇ ਸਾਡਾ ਹੋਰ ਕਿਤੇ ਨਤਾਰਾ ਹੋਣਾ ਵੀ ਨਹੀਂਗਾ। ਔਰ ਸਾਨੂੰ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖ ਲੈਣਾ ਚਾਹੀਦਾ। ਔਰ ਜੇ ਗੁਰੂ ਗ੍ਰੰਥ ਸਾਹਿਬ ਵਾਲੀ ਗੱਲ ਸਾਡੇ ਸਮਝ ਵਿੱਚ ਹੈਗੀ ਆ, ਤਾਂ ਫਿਰ ਅਸੀਂ ਆਲਾ ਦੁਆਲਾ ਵੀ ਅਤੇ ਆਪਣਾ ਆਪ ਵੀ ਅਸੀਂ ਛਾਂਟ ਸਕਦੇ ਹਾਂ ਕਿ ਇੱਥੇ ਆ ਸਾਰੀ ਗੜਬੜ ਆ, ਇਹ ਗੜਬੜ ਜਿਹੜੀ ਆ ਠੀਕ ਕੀਤੀ ਜਾ ਸਕਦੀ ਆ। ਪਰ ਹੋਏਗੀ ਤਾਂ ਜੇ ਸਮਝ ਲਓ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਜੀ ਦਾ ਦਿੱਤਾ ਹੋਇਆ ਚਾਨਣ ਆ, ਗਿਆਨ ਆ, ਸਮਝ ਆ। ਜੇ ਗੁਰੂ ਗ੍ਰੰਥ ਸਾਹਿਬ ਵਾਲੀ ਸਮਝ ਸਾਡੀ ਫਿੱਕੀ ਆ, ਤਾਂ ਫਿਰ ਆਲੇ ਦੁਆਲੇ 'ਚੋਂ ਰਲਾ ਕਿਤਿਓਂ ਵੀ ਰਲਾਇਆ ਜਾ ਸਕਦਾ, ਮਿਲਾਇਆ ਜਾ ਸਕਦਾ। ਬਹੁਤ ਬਹੁਤ ਧੰਨਵਾਦ ਜੀ। ਇਹ ਸਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਤੋਂ ਸੁਖਵਿੰਦਰ ਸਿੰਘ ਦਦੇਹਰ ਵੀਰ ਜੀ। ਬੜੀ ਸੋਹਣੀ ਇਹਨਾਂ ਨੇ ਗੱਲ ਕੀਤੀ ਆ। ਆਪਾਂ ਆਮ ਵੀ ਗੱਲਬਾਤ ਕਰਦੇ ਹੁੰਦੇ ਹਾਂ, ਅਰਦਾਸ ਦਾ ਉਹ ਪਹਿਰਾ ਵਿਵੇਕਦਾਨ ਪੜ੍ਹ ਲੈਂਦੇ ਹਾਂ, ਵਿਵੇਕਦਾਨ, ਪਰ ਪਤਾ ਹੋਣਾ ਚਾਹੀਦਾ ਹੈ ਸਾਨੂੰ ਵਿਵੇਕ ਬੁੱਧੀ ਦੇ ਨਾਲ, ਸਾਨੂੰ ਪਰਖ ਦੇ ਨਾਲ ਇਹ ਪਤਾ ਹੋਣਾ ਚਾਹੀਦਾ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਖਿਆ ਲੈ ਕੇ ਅਸੀਂ ਚੱਲਣਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਾਂਗੇ, ਵਿਚਾਰਾਂਗੇ, ਸਮਝਾਂਗੇ, ਫਿਰ ਸਾਨੂੰ ਪਤਾ ਲੱਗੇਗਾ ਵੀ ਅਸੀਂ ਉਹਨਾਂ ਨੂੰ ਕਿਵੇਂ ਜਵਾਬ ਦੇਣੇ ਨੇ। ਜਿਵੇਂ ਵਿਸ਼ੇਵਾਰ ਦੀ ਗੱਲ ਵੀਰ ਜੀ ਹੁਣਾਂ ਨੇ ਕੀਤੀ, ਜੇ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਨ ਦਾ ਤੁਹਾਡੇ ਕੋਲੇ ਸਮਾਂ ਨਹੀਂ, ਅਬਲਾ ਤੇ ਸਹਿਜ ਪਾਠ ਨਿਰੰਤਰ ਸਿੱਖ ਦਾ ਜਾਰੀ ਹੋਣਾ ਚਾਹੀਦਾ ਹੈ। ਜੇ ਫਿਰ ਵੀ ਤੁਹਾਡੇ ਕੋਲੇ ਸਮਾਂ ਨਹੀਂ, ਤਾਂ ਵਿਸ਼ੇਵਾਰ ਜਿਹੜੀਆਂ ਚੀਜ਼ਾਂ ਨੇ ਵੀ ਕੀ ਸਿੱਖ ਮੂਰਤੀ ਪੂਜਕ ਹੈ, ਕੀ ਸਿੱਖਾਂ ਨੇ ਮੂਰਤੀ ਦੀ ਪੂਜਾ ਕਰਨੀ ਹੈ, ਕੀ ਸਿੱਖ ਹਿੰਦੂਆਂ ਦੇ ਵਿੱਚੋਂ ਨਿਕਲੇ ਨੇ, ਇਹ ਚੀਜ਼ ਦਾ ਤੇ ਆਟੋਮੈਟਿਕ ਹੀ ਸਾਨੂੰ ਪਤਾ ਲੱਗ ਜਾਣਾ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਾਂਗੇ ਤੇ ਸਮਝਾਂਗੇ। ਲਗਾਤਾਰ ਸਾਡਾ ਇਹ ਯਤਨ ਜਾਰੀ ਹੈ। ਹੋਰ ਵੀ ਵਿਦਵਾਨਾਂ ਦੇ ਨਾਲ ਤੁਹਾਨੂੰ ਮਿਲਾਵਾਂਗੇ, ਕਿਉਂਕਿ ਇੱਕ ਦੀ ਗੱਲ ਨਹੀਂ ਹੁੰਦੀ, ਲਗਾਤਾਰ ਕਈ ਵਿਦਵਾਨਾਂ ਦੇ ਨਾਲ ਜਦੋਂ ਗੱਲਬਾਤ ਕਰਾਂਗੇ ਤਾਂ ਸੱਚ ਸਾਹਮਣੇ ਆਏਗਾ ਵੀ ਵਾਕਈ ਜਿਹੜਾ ਸਿੱਖਾਂ ਦੀ ਝੋਲੀ ਦੇ ਵਿੱਚ ਇਹ ਚੀਜ਼ ਪਾਈ ਜਾ ਰਹੀ ਹੈ ਵੀ ਤੁਸੀਂ ਹਿੰਦੂਆਂ ਦੇ ਵਿੱਚੋਂ ਨਿਕਲੇ ਹੋ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ, ਕਿ ਇਹ ਕੂੜ ਧੱਕੇ ਦੇ ਨਾਲ ਸਾਡੇ ਉੱਪਰ ਮੜਿਆ ਤੇ ਨਹੀਂ ਜਾ ਰਿਹਾ। ਇਸ ਤੋਂ ਬਚਣ ਦੀ ਲੋੜ ਹੈ। ਬਚਾਂਗੇ ਤਾਂ ਜੇ ਆਪ ਗੁਰਬਾਣੀ ਨੂੰ ਪੜ੍ਹਾਂਗੇ, ਸਮਝਾਂਗੇ ਤੇ ਜੀਵਨ ਦੇ ਵਿੱਚ ਲੈ ਕੇ ਆਵਾਂਗੇ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖ ਰਹੇ ਹੋ ਸੁਰਖਾਬ TV। ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ।